सब तो पहला इंडो कनेडियन वर्कर्स एसोसीएशन ਨੂੰ ਬਹੁਤ ਵਧਾਈ ਤੇ ਜਿਹੜੇ ਵੀ ਇਹਨਾਂ ਦੇ ਪਹਿਲਾਂ ਵੀ ਕਮੇਟੀ ਵਿੱਚ ਸਰਵਿਸ ਕਰ ਰਹੇ ਸੀਗੇ ਉਹਨਾਂ ਦਾ ਵੀ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਤੇ ਜਿਹਨਾਂ ਨੇ ਨਵੀਂ ਹੁਣ ਜ਼ਿੰਮੇਵਾਰੀ ਚੁੱਕੀ ਆ ਉਹਨਾਂ ਦੇ ਸਿਰਾਂ ਤੇ ਵੀ ਬਹੁਤ ਆਸ ਹੈਗੀ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਸੋ ਥੈਂਕ ਯੂ ਵੈਰੀ ਮੱਚ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਇੱਥੇ ਆਈਦਾ ਇੱਦਾਂ ਲੱਗਦਾ ਵੀ ਜਿੱਦਾਂ ਵੀ ਆਪਣੇ ਘਰ ਹੀ ਆ ਜਾਈਦਾ ਆ ਕਰਕੇ ਮੈਨੂੰ ਆਪਣੇ ਡੈਡੀ ਦੀਆਂ ਚੇਤਾਂ ਆ ਜਾਂਦੀਆਂ ਕਰਕੇ ਉਹ ਵੀ ਇੰਡੋ ਕਨੇਡੀਅਨ ਵਰਕਰਸ ਦੇ ਮੈਂਬਰ ਸੀਗੇ ਨਾਟ ਇੰਡੋ ਕਨੇਡੀਅਨ ਇੰਗਲੈਂਡ ਵਿੱਚ ਸੀਗੇ ਐਂਗਲੋ ਇੰਡੀਅਨ ਅਤੇ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਮੀਟਿੰਗ ਵੀ ਸਾਡੇ ਘਰਾਂ ਵਿੱਚ ਹੀ ਹੁੰਦੀਆਂ ਸੀਗੀਆਂ ਅਤੇ ਉਹ ਵੀ ਇੱਦਾਂ ਦੀਆਂ ਹੀ ਗੱਲਾਂ ਕਰਦੇ ਸੀਗੇ ਪਰ ਅੱਜ ਮੈਨੂੰ ਇਹ ਵੀ ਖੁਸ਼ੀ ਹੋਈ ਆ ਆਪਣੇ ਥੋੜ੍ਹੇ ਇੱਕ ਯੰਗ ਲੋਕ ਵੀ ਕਮਰੇ ਦੇ ਵਿੱਚ ਆਏ ਨੇ ਥੋੜ੍ਹੇ ਇੱਕ ਨੂੰ ਹੁਣ ਜੜ੍ਹਾਂ ਪਿਆ ਕਰਕੇ ਉਹਨਾਂ ਦੀ ਪੜ੍ਹਾਈ ਸੀਗੀ ਪਰ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਕਹੂੰਗੀ ਵੀ ਤੁਸੀਂ ਆਲੇ ਦੁਆਲੇ ਦੇਖੋ ਇਹ ਜਿਹੜੀ ਪ੍ਰੋਗਰੈਸਿਵ ਮੂਵਮੈਂਟ ਆ ਇਹਨਾਂ ਨੂੰ ਸਖਤ ਜ਼ਰੂਰਤ ਹੈਗੀ ਆ ਆਪਾਂ ਆਉਂਦੀ ਵਾਲੀ ਪੀੜ੍ਹੀ ਨੂੰ ਆਪਣੇ ਨਾਲ ਤੋਰੀਏ ਜੇ ਆਪਾਂ ਨਾ ਤੋਰਿਆ ਇਹ ਜਿਹੜੀ ਲਹਿਰ ਆ ਗਦਰੀ ਬਾਬਿਆਂ ਦੀ ਉਹ ਲਹਿਰ ਫਿਰ ਗਾਂ ਅੱਗੇ ਕਿੱਦਾਂ ਜਾਊਗੀ ਤੁਸੀਂ ਸਾਰੇ ਜਾਣੇ ਬਹੁਤ ਮਿਹਨਤ ਕਰਦੇ ਆ ਪਰ ਇੱਕ ਮਿਹਨਤ ਸਭ ਤੋਂ ਜ਼ਿਆਦਾ ਹੈਗੀ ਆ ਜੇ ਤੁਸੀਂ ਹੱਥ ਫੜ ਕੇ ਇੱਕ ਜਾਣੇ ਨੂੰ ਨਾਲ ਹੋਰ ਤੋਰੋ ਜਿਹੜੇ ਤੁਹਾਡੇ ਨਾਲੋਂ ਵੀ ਯੰਗਰ ਹੋਣ ਅਤੇ ਉਹਦੇ ਨਾਲ ਜਿਹੜੀ ਪ੍ਰੋਗਰੈਸਿਵ ਮੂਵਮੈਂਟ ਆ ਉਹਦੇ 'ਤੇ ਬਹੁਤ ਹੀ ਵੱਡਾ ਅਸਰ ਪਊਗਾ ਅਤੇ ਮੈਂ ਇਹ ਵੀ ਇਹਦੇ ਨਾਲ ਵੀ ਸਹਿਮਤ ਹੈਗੀ ਹਾਂ ਆਪਾਂ ਨੂੰ ਕੋਈ ਪਰਿਵਾਰਕ ਫੰਕਸ਼ਨ ਵੀ ਕਰਨਾ ਚਾਹੀਦਾ ਆ ਜਿੱਥੇ ਸਾਰੇ ਪਰਿਵਾਰ ਇਕੱਠੇ ਹੋਣ ਫਿਰ ਬੱਚੇ ਵੀ ਨਾਲ ਆ ਜਾਂਦੇ ਆ ਅਤੇ ਉਹਨਾਂ ਦੇ ਸਾਹਮਣੇ ਵੀ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਅਤੇ ਜੇ ਕਰਾਂਗੇ ਤਾਂ ਉਹ ਬੱਚਿਆਂ ਨੂੰ ਬਹੁਤ ਖੁਸ਼ੀ ਹੋਊਗੀ ਵੀ ਸਾਡੇ ਜਿਹੜੇ ਬਜ਼ੁਰਗ ਹੈਗੇ ਆ ਇਹ ਇੰਨੀ ਵੱਡੀ ਇੰਨੀ ਲੰਬੀ ਇਹਨਾਂ ਦੀ ਸੋਚ ਹੈਗੀ ਆ ਕਰਕੇ ਮੈਂ ਦੇਖਿਆ ਜਦੋਂ ਮੈਂ ਸਕੂਲਾਂ ਦੇ ਵਿੱਚ ਜਾਂਦੀ ਹਾਂ ਵੀ ਸਾਡੇ ਬੱਚਿਆਂ ਦੀ ਸੋਚ ਐਨ ਤੁਹਾਡੇ ਨਾਲ ਹੀ ਰਲਦੀ ਮਿਲਦੀ ਆ ਉਹ ਵੀ ਸੋਚਦੇ ਆ ਗਰੀਬੀ ਅਮੀਰੀ ਦਾ ਫਾਸਲਾ ਵਧੀ ਜਾਂਦਾ ਆ ਉਹ ਵੀ ਸੋਚਦੇ ਆ ਵੀ ਰੇਸਿਜ਼ਮ ਕਿਸ ਤਰ੍ਹਾਂ ਆ ਉਹ ਵੀ ਸੋਚਦੇ ਆ ਵੀ ਜਿਹੜੇ ਇਮੀਗ੍ਰੇਸ਼ਨ ਦੇ ਕਾਨੂੰਨ ਆ ਕਿੱਦਾਂ ਸਖਤ ਹੋਈ ਜਾਂਦੇ ਆ ਉਹਨਾਂ ਨੂੰ ਵੀ ਡਰ ਹੈਗਾ ਆ ਵੀ ਜਦੋਂ ਲੜਾਈ ਦੇ ਵਿੱਚ ਆਪਾਂ ਸ਼ਾਮਲ ਹੋ ਜਾਂਦੇ ਆ ਇਸ ਕਰਕੇ ਆਪਾਂ ਨੂੰ ਉਹ ਜਿਹੜੇ ਬੱਚੇ ਆ ਉਹਨਾਂ ਨੂੰ ਆਪਣੀ ਹਿਸਟਰੀ ਸਿਖਾਉਣ ਦੀ ਵੀ ਬਹੁਤ ਜ਼ਰੂਰਤ ਆ ਅਤੇ ਨਾਲੋਂ ਨਾਲ ਆਪਣੇ ਨਾਲ ਤੋਰਨ ਦੀ ਵੀ ਬਹੁਤ ਹੀ ਜ਼ਰੂਰਤ ਹੈਗੀ ਆ ਅਤੇ ਮੈਂ ਬਹੁਤ ਵਾਰੀ ਸੁਣਿਆ ਆ ਵੀ ਆਪਾਂ ਜਿਹੜੀ ਆਪਣੀ ਗਦਰੇ ਬਾਬਿਆਂ ਦੀ ਦੇਣ ਹੈਗੀ ਆ ਨਾ ਜਿਹੜੀ ਲਹਿਰ ਉਦੋਂ ਤੁਰੀ ਸੀਗੀ ਉਹਨੂੰ ਗਾਂ ਕਿੱਦਾਂ ਲੈ ਕੇ ਚੱਲੀਏ ਪਰ ਮੈਂ ਖਾਸ ਇਹ ਵੀ ਦੇਖਿਆ ਆ ਵੀ ਅੱਜ ਕੱਲ੍ਹ ਆਪਾਂ ਉਹ ਗੱਲ ਵਾਲੀ ਚੁੱਕੀ ਦੀ ਨਹੀਂ ਗੀ ਹੈਗੀ ਜਿਹੜੀ ਸਾਰੀ ਕਮਿਊਨਿਟੀ ਦੇ ਲਈ ਫਾਇਦਾ ਹੋਵੇ ਇਮੀਗ੍ਰੇਸ਼ਨ ਦੇ ਵਿੱਚ ਇੰਨਾ ਕੁਛ ਹੋ ਗਿਆ ਆਪਣੀ ਕਮਿਊਨਿਟੀ ਇੱਥੇ ਹੁਣ ਇੰਨੀ ਭਾਰੀ ਹੈਗੀ ਆ ਇਸ ਗਰੁੱਪ ਨੇ ਗੱਲ ਚੁੱਕੀ ਆ ਅਤੇ ਥੋੜ੍ਹੀ ਹੋਰ ਛੋਟੇ ਗਰੁੱਪਾਂ ਨੇ ਗੱਲ ਚੁੱਕੀ ਆ ਪਰ ਆਮ ਮੇਨ ਸਟਰੀਮ ਦੇ ਵਿੱਚ ਆਪਣੀ ਕਮਿਊਨਿਟੀ ਦੀ ਗੱਲ ਹੀ ਕਰਦੀ ਹਾਂ ਇੰਨੀ ਗੱਲ ਇਹ ਚੁੱਕ ਨਹੀਂ ਹੋਈ ਕਰਕੇ ਹਰੇਕ ਜਾਣਾ ਸੋਚ ਲੈਂਦਾ ਆ ਵੀ ਚੱਲ ਮੇਰਾ ਕੰਮ ਹੋ ਗਿਆ ਹੋਰ ਕਿਸੇ ਦਾ ਕੀ ਇਹ ਜਿਹੜੀ ਸੋਚ ਹੈਗੀ ਆ ਇਹਦੇ ਨਾਲ ਸਾਰੀ ਕਮਿਊਨਿਟੀ 'ਤੇ ਬਹੁਤ ਮਾੜਾ ਅਸਰ ਪੈਣਾ ਆ ਤੁਸੀਂ ਸਮਝ ਲਓ ਵੀ ਹੁਣ ਫੈਮਿਲੀ ਰੀਯੂਨੀਫਿਕੇਸ਼ਨ ਤਾਂ ਖਤਮ ਹੀ ਹੋ ਗਿਆ ਪਹਿਲਾਂ ਤਾਂ ਲੋਟਰੀ ਬਣੀ ਆ ਸਿਰਫ 5000 ਅਪਲਾਈ ਕਰ ਸਕਦੇ ਆ ਜਦੋਂ ਤੁਸੀਂ ਐਪਲੀਕੇਸ਼ਨ ਵੀ ਦੇ ਦਿੰਦੇ ਆ ਫਿਰ ਵੀ 5 7 9 ਸਾਲ ਲੱਗ ਜਾਂਦੇ ਆ ਹੁਣ ਜਿਹੜੇ ਇੰਡੀਆ ਜਾ ਕੇ ਜਾਂ ਹੋਰ ਮੁਲਕਾਂ ਜਾ ਕੇ ਵਿਆਹ ਕਰਾ ਕੇ ਆਉਂਦੇ ਆ ਉਹਨਾਂ ਲਈ ਵੀ ਟਰਾਇਲ ਮੈਰਿਜ ਐਗਜ਼ਿਸਟਸ ਕੌਣ ਸੋਚਦਾ ਸੀਗਾ ਵੀ ਸਾਰੀ ਕਮਿਊਨਿਟੀ ਚੁੱਪ ਕਰਕੇ ਟਰਾਇਲ ਮੈਰਿਜ ਨੂੰ ਐਕਸੈਪਟ ਕਰ ਲਊਗੀ ਹੁਣ ਉੱਥੇ ਵੀ ਇੰਨੀ ਛੇਤੀ ਨਹੀਂ ਲੋਕ ਆਉਂਦੇ ਬਹੁਤ ਹੀ ਚਿਰ ਲੱਗ ਜਾਂਦਾ ਆ ਉਹ ਵੀ ਆਪਾਂ ਨੂੰ ਥੋੜ੍ਹਾ ਸੋਚਣਾ ਚਾਹੀਦਾ ਆ ਅਤੇ ਅੱਗੇ ਜਿਹੜੇ ਪੁਆਇੰਟ ਸਿਸਟਮ 'ਤੇ ਵੀ ਆਉਂਦੇ ਹੁੰਦੇ ਸੀਗੇ ਉਹ ਵੀ ਸਮਝ ਲਓ ਹੁਣ ਪ੍ਰੋਗਰਾਮ ਖਤਮ ਹੋ ਗਿਆ ਉਹਦੇ ਥਾਂ ਐਕਸਪੀਡਾਈਟਡ ਐਂਟਰੀ ਹੋਣੀ ਆ ਇੱਕ ਪੂਲ ਹੋ ਜਾਣਾ ਆ ਜਿਹੜਾ ਵੀ ਐਮਪਲੋਇਰ ਆਵੇ ਕਹਿਣਾ ਇਹਦੇ ਵਿੱਚੋਂ ਮੈਂ 5 ਚੁੱਕ ਲਊਂਗਾ ਉੱਥੋਂ ਮੈਂ 4 ਚੁੱਕ ਲਊਂਗਾ ਤੁਸੀਂ ਸੋਚੋ ਵੀ ਕਿਸ ਤਰ੍ਹਾਂ ਦੀ ਟਰਾਂਸਪੈਰੈਂਸੀ ਅਤੇ ਕਿਸ ਤਰ੍ਹਾਂ ਦੀ ਅਕਾਊਂਟੇਬਿਲਿਟੀ ਰਹਿ ਜਾਂਦੀ ਆ ਜਦੋਂ ਇਸ ਤਰ੍ਹਾਂ ਕੋਈ ਵੀ ਮੁਲਕ ਬੇਸ਼ੱਕ ਦੀ ਕੈਨੇਡਾ ਹੋਵੇ ਬੇਸ਼ੱਕ ਦੀ ਹੋਰ ਕੋਈ ਮੁਲਕ ਹੋਵੇ ਜਦੋਂ ਉਹਨਾਂ ਦੀ ਇਮੀਗ੍ਰੇਸ਼ਨ ਪੋਲਿਸੀ ਦੇ ਵਿੱਚ ਕੋਈ ਵੀ ਟਰਾਂਸਪੈਰੈਂਸੀ ਨਹੀਂ ਹੁੰਦੀ ਅਤੇ ਮੈਂ ਤਾਂ ਕਹਿੰਦੀ ਹਾਂ ਮੈਂ ਤਾਂ ਪਾਰਲੀਮੈਂਟ ਵਿੱਚ ਹੀ ਵੀ ਇਹ ਗੱਲ ਕਹਿ ਹਟੀ ਹਾਂ ਵੀ ਇਸ ਸਰਕਾਰ ਨੇ ਫੈਮਿਲੀ ਰੀਯੂਨੀਫਿਕੇਸ਼ਨ ਨੂੰ ਖਤਮ ਕਰ ਦਿੱਤਾ ਆਪਣੇ ਲੋਕਾਂ ਨੂੰ ਲਾਲਚ ਦੇ ਦਿੱਤਾ ਸੁਪਰ ਵੀਜ਼ਾ ਹੁਣ ਤੁਸੀਂ ਉਹਨਾਂ ਦੀ ਸੁਣਦੇ ਜਿਨ੍ਹਾਂ ਨੂੰ ਸੁਪਰ ਵੀਜ਼ਾ ਮਿਲ ਜਾਂਦਾ ਆ ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਦਾ ਦੁੱਖ ਆਪਣੇ ਸਾਹਮਣੇ ਨਹੀਂ ਇੰਨਾ ਆਉਂਦਾ ਪਰ ਆਪਾਂ ਨੂੰ ਸੋਚਣਾ ਚਾਹੀਦਾ ਇਸ ਵਕਤ ਆਪਣੀ ਲੜਕੀ ਆਪਣੀ ਰਾਈਡਿੰਗ ਦੇ ਵਿੱਚ ਬ੍ਰੇਨ ਟਿਊਮਰ ਆ ਅਤੇ ਉਹਦੇ ਰਿਸ਼ਤੇ ਨਾ ਜਾਂ ਨਨਾਣ ਨਾ ਜਠਾਣੀ ਨੂੰ ਆਉਣ ਨਹੀਂ ਦਿੰਦੇ ਵੀ ਉਹ ਆ ਕੇ
ਬੱਚਿਆਂ ਦੀ ਲੁੱਕ ਆਫਟਰ ਕਰ ਸਕੇ ਜਦੋਂ ਸਰਜਰੀ ਹੋਣੀ ਆ। 4 ਵਾਰੀ ਐਪਲੀਕੇਸ਼ਨ ਦੇ ਹਟੇ ਆ, ਮਿਨਿਸਟਰ ਮੰਨ ਵੀ ਜਾਂਦਾ ਆ, ਯੈਸ ਵਿਲ ਟੇਕ ਕੇਅਰ ਆਫ ਇਟ, ਆ ਭਰ ਕੇ ਭਰ ਦਿਓ। ਕਈ ਤਰੀਕੇ ਨਾਲ ਭਰਿਆ, ਐਂਡ ਤੇ ਜਾ ਕੇ ਇੱਕੋ ਹੀ ਜਵਾਬ ਆਉਂਦਾ ਆ ਵੀ ਇਹਨਾਂ ਨੇ ਵਾਪਸ ਨਹੀਂ ਜਾਣਾ, ਇਹਨਾਂ ਨੇ ਵਾਪਸ ਨਹੀਂ ਜਾਣਾ। ਤੇ ਇੱਕ ਗੱਲ ਵਿੱਚ ਮੈਂ ਸਹਿਮਤ ਹੈਗੀ ਹਾਂ ਵੀ ਮੇਰੇ ਛੋਟੇ ਭਰਾ ਨੇ ਕਿਹਾ ਸੀਗਾ ਵੀ ਜਿਹੜੇ ਇੱਥੇ ਦੇ ਅਸੀਂ ਇਲੈਕਟਿਡ ਅਫੀਸ਼ੀਅਲਸ ਹੈਗੇ ਆ, ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਆ ਵੀ ਜਿਹੜਾ ਵੀ ਇੱਕ ਟੀਮ ਖੜੀ ਨਹੀਂ ਕੀਤੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ। ਆਹ ਵਕਤ ਸੀਗਾ ਜਦੋਂ ਬਹੁਤ ਕੁਛ ਚੇਂਜ ਹੋ ਸਕਦਾ ਸੀਗਾ, ਤੇ ਅਸੀਂ ਇਹ ਮੰਨਦੇ ਹਾਂ ਸਾਡਾ ਵੀ ਕਸੂਰ ਹੈਗਾ ਆ, ਪਰ ਮੈਂ ਨਾਲੋਂ ਨਾਲ ਕਹੂੰਗੀ ਆਪਣਾ ਸਾਰਿਆਂ ਦਾ ਵੀ ਕਸੂਰ ਹੈਗਾ ਆ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਕੰਮ ਨਹੀਂ ਕੀਤਾ। ਜੋ ਸਾਨੂੰ ਕਿਹਾ ਗਿਆ, ਮੈਨੂੰ ਆਪ ਉਦੋਂ ਦਾ ਹੀ ਮਹਿਸੂਸ ਹੁੰਦਾ ਆ, ਅਸੀਂ ਮੀਟਿੰਗ ਵੀ ਕੀਤੀਆਂ ਸੀਗੀਆਂ, ਪਰ ਵੀ ਫੇਲਡ। ਪਰ ਇਸ ਕਰਕੇ ਹੁਣ ਜੋ ਵੀ ਹੋਊਗਾ ਸਿਟੀ ਦੇ ਵਿੱਚ, ਉਹਦੇ ਵਿੱਚ ਕੋਈ ਨਾ ਕੋਈ ਹਿੱਸਾ ਤਾਂ ਸਾਡਾ ਵੀ ਹੋਣਾ ਹੀ ਆ ਵੀ ਅਸੀਂ ਵੀ we didn't think big। ਤੇ ਹੁਣ ਬਾਕੀ ਤੁਹਾਡੇ ਸਾਰਿਆਂ ਦੇ ਮੂਹਰੇ ਤੁਹਾਨੂੰ ਪਤਾ ਹੈ ਵੀ ਤੁਸੀਂ ਮੋਸ਼ਨ ਵੀ ਹੁਣ ਪਾਸ ਕੀਤਾ ਆ, ਜਿਹੜਾ ਵੀ ਇਰਾਕ ਦੇ ਵਿੱਚ ਮਿਸਾਈਲ ਸਟ੍ਰਾਈਕਸ ਹੋਣੀਆਂ ਹੁਣ ਸ਼ੁਰੂ ਹੋ ਜਾਣੀਆਂ ਆ। ਉਹ ਜਾਣ ਤੋਂ ਪਹਿਲਾਂ ਓਟਵਾ ਦੇ ਵਿੱਚ ਮੈਂ ਆਪਣੇ ਆਫਿਸ ਵਿੱਚ ਮੀਟਿੰਗ ਰੱਖੀ ਸੀਗੀ, ਤੁਹਾਡੇ ਵਿੱਚੋਂ ਥੋੜ੍ਹੇ ਜਾਣੇ ਆਏ ਵੀ ਸੀਗੇ। ਉਦੋਂ ਮੈਂ ਰਾਏ ਸਾਰਿਆਂ ਦੀ ਸੁਣਨਾ ਚਾਹੁੰਦੀ ਸੀਗੀ, ਪਰ ਮੈਂ ਆਪਣਾ ਵੀ ਸਮਝਾਉਣਾ ਚਾਹੁੰਦੀ ਸੀਗੀ ਵੀ ਕਿਉਂ ਮੈਂ ਵੋਟ ਖਿਲਾਫ ਪਾਉਣੀ ਆ। ਦੂਸਰੇ ਦਿਨ ਜਾ ਕੇ ਉੱਥੇ ਸਾਡੀ ਡਿਬੇਟ ਹੋਈ, 2 ਦਿਨਾਂ ਲਈ ਚੱਲੀ। ਗਵਰਨਮੈਂਟ ਨੇ ਬਹੁਤ ਕੋਸ਼ਿਸ਼ ਕੀਤੀ ਵੀ ਡਿਬੇਟ ਨੂੰ ਕੰਮ ਕਰ ਦੇਣ। 2 ਦਿਨਾਂ ਤੋਂ ਬਾਅਦ ਸਾਰਿਆਂ ਨੂੰ ਵੋਟ ਪਾਉਣੀ ਪਈ, ਮੈਂ ਵਿਰੋਧ ਵੋਟ ਪਾਈ। ਤੇ ਅੱਜ ਫਿਰ ਜੇ ਵੋਟ ਆਵੇ ਫਿਰ ਵੀ ਮੈਂ ਵਿਰੋਧ ਹੀ ਪਾਉਂਗੀ, ਕਿਉਂਕਿ ਮੇਰੇ ਹਿਸਾਬ ਦੇ ਨਾਲ ਉੱਪਰੋਂ ਬੰਬ ਸਿੱਟ ਕੇ ਦੂਸਰੇ ਮੁਲਕ ਦੇ ਵਿੱਚ ਜਿਹੜਾ ਮਸਲਾ ਹੱਲ ਕਰਨਾ ਚਾਹੁੰਦੇ ਆ, ਸਾਨੂੰ ਤਾਂ ਇਹੀ ਡਰ ਆ ਵੀ ਉਹ ਮਸਲਾ ਕਿਤੇ ਵੱਧ ਨਾ ਜਾਵੇ, ਉਹ ਵੱਧ ਨਾ ਜਾਵੇ। ਤੇ ਇੱਕ ਮੈਂ ਸ਼ੁਰੂ ਤੋਂ ਹੀ ਦੇਖਿਆ ਆ ਵੀ ਜੇ ਆਪਾਂ ਦੁਨੀਆ ਨੂੰ ਬਦਲਣਾ ਚਾਹੁੰਦੇ ਆ, ਉੱਥੇ ਆਪਾਂ ਬਹੁਤ ਕੁਛ ਕਰ ਸਕਦੇ ਹਾਂ ਉਸ ਪਾਰਟ ਆਫ ਵਰਲਡ ਦੁਨੀਆ ਦੇ ਵਿੱਚ, ਥਰੂ ਹਿਊਮੈਨਿਟੇਰੀਅਨ ਏਡ ਐਂਡ ਅਦਰ ਕਾਈਂਡਸ ਆਫ ਸਪੋਰਟਸ, ਬਿਲਡ ਦੀ ਇਨਫਰਾਸਟਰਕਚਰ। ਪਰ ਇੱਕ ਮੈਨੂੰ ਕਿਸੇ ਨੇ ਕਿਹਾ ਸੀਗਾ ਵੀ ਤੁਸੀਂ ਸੋਚ ਲਓ, ਜੇ ਆਪਾਂ ਨੂੰ ਪਤਾ ਲੱਗੇ ਵੀ ਆਪਣੇ ਸਰੀ ਦੇ ਵਿੱਚ 3-4 ਥਾਂ ਹੀ ਉਹ ਟੈਰਰਿਸਟ ਆਈਸਿਸ ਦੇ ਗਰੁੱਪ ਲੁਕੇ ਬੈਠੇ ਨੇ, ਕਿਉਂ ਆਪਾਂ ਕਿਸੇ ਨੂੰ ਇਜਾਜ਼ਤ ਦੇਵਾਂਗੇ ਵੀ ਇੱਥੇ ਆ ਕੇ ਉੱਪਰੋਂ ਬੰਬ ਸੱਟ ਦਿਓ ਉਹਨਾਂ ਗਰੁੱਪਾਂ ਨੂੰ ਮਾਰਨ ਲਈ? ਕਰਕੇ ਜਿਹੜੀ ਆਮ ਜਨਤਾ ਦਾ ਨੁਕਸਾਨ ਹੁੰਦਾ ਆ, ਉਹ ਵੀ ਆਪਾਂ ਨੂੰ ਸੋਚਣਾ ਪੈਣਾ ਆ। ਇੱਕ ਉਹ ਵੀ ਜਦੋਂ ਵੀ ਆਪਾਂ ਮਿਲਟਰੀ ਪੈਰ ਚੁੱਕੀਏ ਟੂ ਗੋ ਇਨ ਟੂ ਮਿਲਟਰੀ ਇੰਗੇਜਮੈਂਟ, ਆਪਾਂ ਨੂੰ ਸਦਾ ਹੀ ਸੋਚਣਾ ਚਾਹੀਦਾ ਆ ਵੀ ਉਹ ਜਿਹੜੀ ਕੋਲੈਟਰਲ ਡੈਮੇਜ ਆ ਉਹਦਾ ਅਸਰ ਕੀ ਆ। ਅਤੇ ਨਾਲੇ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਆ ਵੀ ਇਹ ਸਹੀ ਤਰੀਕਾ ਆ ਜਾਂ ਗਲਤ ਤਰੀਕਾ ਆ। ਦੇਖੋ ਇੱਥੇ ਕੋਈ ਵੀ ਨਹੀਂ ਗਾ ਬੈਠਾ ਜਿਹੜੇ ਕਹਿੰਦੇ ਵੀ ਜੋ ਕੁਛ ਆਈਸਿਸ ਕਰ ਰਹੇ ਠੀਕ ਕਰ ਰਹੇ ਆ। They are absolutely wrong and barbaric to do those beheadings. Absolutely. ਪਰ ਆ ਜਿਹੜਾ ਤਰੀਕਾ ਸਾਡੀ ਸਰਕਾਰ ਨੇ ਚੁਣਿਆ ਆ, ਅਸੀਂ ਦਾਅਵੇ ਨਾਲ ਕਹਿੰਦੇ ਆ ਵੀ ਸਾਡੇ ਜਿੱਥੋਂ ਅਸੀਂ ਖੜੇ ਆ, ਜੋ ਕੁਛ ਸਾਨੂੰ ਪਤਾ ਆ, it's the wrong way to tackle that issue. ਐਂਡ ਇੱਕ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਕਰਕੇ ਤੁਹਾਨੂੰ ਪਤਾ ਐਜੂਕੇਸ਼ਨ ਮੇਰੇ ਬਹੁਤ ਹੀ ਕਰੀਬ ਹੈਗਾ ਆ। ਬੇਸ਼ੱਕ ਦੀ ਮੈਂ MP ਹਾਂ, ਮੈਂ ਫਿਰ ਵੀ ਆਪਣੇ ਆਪ ਨੂੰ ਅੱਜ ਵੀ ਟੀਚਰ ਹੀ ਸਮਝਦੀ ਹਾਂ। ਅਤੇ ਜੋ ਕੁਛ ਟੀਚਰਸ ਨਾਲ ਇਸ ਸੂਬੇ ਵਿੱਚ ਹੋਇਆ ਆ, ਮੈਂ ਤਾਂ ਹਾਲੇ ਵੀ ਹੈਰਾਨ ਹੈਗੀ ਹਾਂ। ਅਤੇ ਆਪਣੇ ਜਿਹੜੇ ਸਕੂਲ ਸਿਸਟਮ ਹੈਗੀ, ਆਪਣੇ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਦੇ ਆ, ਕਲਾਸ ਸਾਈਜ਼, ਕਲਾਸ ਕੰਪੋਜੀਸ਼ਨ, ਸਪੋਰਟ ਫॉर ਸਪੈਸ਼ਲ ਨੀਡ ਸਟੂਡੈਂਟਸ, ਇਸ ਵਕਤ ਸਖਤ ਜ਼ਰੂਰਤ ਹੈਗੀ ਆ ਆਪਾਂ ਨੂੰ ਟੀਚਰਾਂ ਦੀ ਸਪੋਰਟ ਕਰਨ ਦੀ। ਅਤੇ ਇੱਕ ਮੈਂ ਟੀਚਰਾਂ ਵੱਲੋਂ ਵੀ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ, ਕਰਕੇ ਮੈਨੂੰ ਪਤਾ ਇੱਥੇ ਕਾਫੀ ਜਾਣੇ ਬੈਠੇ ਆ, ਉਹ ਮੈਨੂੰ ਕਹਿੰਦੇ ਸੀਗੇ ਜਦੋਂ ਪਿਕਟ ਲਾਈਨਸ ਚੱਲਦੀਆਂ ਸੀਗੀਆਂ ਵੀ ਜਦੋਂ ਵੀ ਕੋਈ ਵੀ ਬਜ਼ੁਰਗ ਆਇਆ ਸਾਡੇ ਕੋਲ ਨੂੰ, ਬਸ ਸਾਨੂੰ ਥੈਂਕ ਯੂ ਕਹਿ ਕੇ ਗਏ ਆ, ਜਾਂ ਸਾਨੂੰ ਸਮੋਸੇ ਦੇ ਕੇ ਗਏ ਆ, ਜਾਂ ਸਾਡੇ ਨਾਲ ਸਾਡੀਆਂ ਗੱਲਾਂ ਸੁਣ ਕੇ ਗਏ ਆ। ਇਸ ਕਰਕੇ ਉਹ ਮੈਨੂੰ ਕਹਿੰਦੇ ਸੀ ਕਿ ਜਦੋਂ ਵੀ ਤੁਹਾਨੂੰ ਚਾਂਸ ਮਿਲੇ ਉਹਨਾਂ ਸਾਰਿਆਂ ਦਾ ਥੈਂਕ ਯੂ ਜ਼ਰੂਰ ਕਹਿਣਾ।
ਜਿਨ੍ਹਾਂ ਨੇ ਸਾਡੇ ਨਾਲ ਆ ਕੇ ਸਾਡੀ ਸਪੋਰਟ ਕੀਤੀ। ਤੇ ਮੈਂ ਤਾਂ ਇਹੋ ਹੀ ਕਹੂੰਗੀ ਵੀ ਦੇਖੋ, ਕੈਨੇਡਾ ਆਪਣਾ ਦੇਸ਼ ਆ, ਇਹ ਸਰੀ ਹੁਣ ਆਪਣੀ ਆ, ਸਾਰੀ ਕਮਿਊਨਿਟੀ ਦੀ, ਸਿਰਫ ਆਪਣੇ ਇੰਡੀਅਨ ਲੋਕਾਂ ਦੀ ਨਹੀਂ, ਸਾਰਿਆਂ ਦੀ। ਵੀ ਆਪਣਾ ਹੁਣ ਫਰਜ਼ ਬਣਦਾ ਵੀ ਆਪਾਂ ਇਸ ਸ਼ਹਿਰ ਨੂੰ ਇਤਨਾ ਸਟਰੋਂਗ ਬਣਾਈਏ ਵੀ ਜਿਹੜੇ ਗਲਤ ਕੰਮ ਇੱਥੇ ਹੋ ਰਹੇ ਆ ਉਹਨਾਂ ਦੀ ਕਮੀ ਹੋਵੇ। ਤੇ ਇੱਕ ਦਿਨ ਸੋਚਦੀ ਸੀਗੀ ਨਾ ਵੀ ਕਿਸ ਤਰ੍ਹਾਂ ਵੀ ਜਦੋਂ ਹੁਣ ਵੋਟਾਂ ਪੈਣੀਆਂ ਆ ਤੇ ਬਹੁਤ ਰੂਮਰਸ ਸੁਣੀਦੇ ਆ ਤੇ ਇੱਕ ਮੈਨੂੰ ਪਤਾ ਨਹੀਂ ਕਿਸ ਨੇ ਕਿਹਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹ ਕੰਮ ਕਰਨਾ ਚਾਹੀਦਾ ਵੀ ਜਿਹੜਾ ਮੇਅਰਲ ਕੈਂਡੀਡੇਟ ਕਹਿ ਦਊਗਾ ਵੀ ਅਸੀਂ ਫੋਰੈਂਸਿਕ ਆਡਿਟ ਕਰਾਂਗੇ 90 ਦਿਨਾਂ ਦੇ ਵਿੱਚ ਜਦੋਂ ਅਸੀਂ ਮੇਅਰ ਬਣ ਗਏ ਉਹ ਸਾਡੀ ਵੋਟ ਲੈ ਜਾਊਗਾ। ਤੇ ਇਸ ਕਰਕੇ ਮੈਂ ਇਹ ਜ਼ਰੂਰ ਕਹੂੰਗੀ ਹੁਣ ਵੀ ਆਪਾਂ ਸਾਰਿਆਂ ਨੂੰ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਆ, ਪਰ ਪੜ੍ਹ ਕੇ, ਸੁਣ ਕੇ, ਸਵਾਲ ਪੁੱਛ ਕੇ। ਤੁਹਾਡੀ ਵੋਟ ਬਹੁਤ ਹੀ ਕੀਮਤੀ ਆ, ਵੇਸਟ ਨਾ ਕਰਿਓ। ਇਹ ਨਾ ਸੋਚਿਓ ਅਸੀਂ ਘਰੇ ਹੀ ਬੈਠੇ ਰਵਾਂਗੇ। ਐਤਕੀ ਵੋਟ ਜ਼ਰੂਰ ਪਾਵੋ, ਪਰ ਐਨ ਧਿਆਨ ਦੇ ਕੇ ਪਾਵੋ। ਤੇ ਕਿਉਂਕਿ ਜਿਹੜਾ ਵੀ ਜਿੱਤਿਆ ਉਸਨੇ ਸਰੀ ਦਾ ਫਿਊਚਰ ਆਉਂਦੇ 4 ਸਾਲਾਂ ਲਈ ਲਿਖਣਾ ਹੈ। ਥੈਂਕ ਯੂ ਵੈਰੀ ਮੱਚ। ਬਹੁਤ ਖੁਸ਼ੀ ਦੀ ਗੱਲ ਹੈ, ਤੁਹਾਡੇ ਰਿਸ਼ਤੇਦਾਰ ਤੁਹਾਨੂੰ ਇੱਥੇ ਮਿਲਣ ਆ ਰਹੇ ਨੇ ਜਾਂ ਫਿਰ ਆ ਚੁੱਕੇ ਨੇ। ਪਰ ਕਦੇ ਸੋਚਿਆ ਜੇਕਰ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਤਾਂ ਹਸਪਤਾਲ ਦਾ ਇੱਕ ਦਿਨ ਦਾ ਖਰਚਾ 3000 ਤੋਂ ਲੈ ਕੇ $5000 ਤੱਕ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਣ ਲਈ ਤੁਹਾਨੂੰ ਕੰਪਰੀਹੈਂਸਿਵ ਇੰਸ਼ੋਰੈਂਸ ਪਲਾਨ ਲੈਣਾ ਪੈਂਦਾ ਹੈ, ਜਿਸ ਵਿੱਚ ਡਾਕਟਰ, ਐਂਬੂਲੈਂਸ ਤੇ ਹਸਪੀਟਲ ਦਾ ਸਾਰਾ ਖਰਚਾ ਕਵਰ ਹੁੰਦਾ ਹੋ। ਹਾਲੇ ਵੀ ਦੇਰ ਨਹੀਂ ਹੋਈ, ਪੰਜਾਬ ਇੰਸ਼ੋਰੈਂਸ ਨੂੰ ਹੁਣੇ ਫੋਨ ਕਰੋ 1888 978 6522। ਪੰਜਾਬ ਇੰਸ਼ੋਰੈਂਸ, ਆਪਣੇ ਸੁਪਨਿਆਂ ਨੂੰ ਸਾਕਾਰ ਕਰੋ। ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ ਡਾਇਗਨੋਸਿਸ ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ ਹਾਂ। Injuries can cause increased sensitivity to pain and loss of function, which can be treated by acupuncture and functional dry needling. ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ। You will feel the difference. ਕੀ ਹੋਇਆ? ਕਿਸ ਨਾਲ ਲੜ ਕੇ ਆਈ ਹੈ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ? ਇੰਨੀ ਕੀ ਗੱਲ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਪੋਰਟੁਗਲ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744। ਮੌਰਗੇਜ ਨਵੀਂ ਲੈਣੀ ਹੈ ਜਾਂ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮੌਰਗੇਜ ਬ੍ਰੋਕਰ ਸਰਦਾਰ ਸਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮੌਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ। ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਰ ਸਰੂਪ ਸਿੰਘ ਚੰਦੀ। AAA Auto Body, ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ ਹੈ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 6042991054। They can handle ICBC claim and inspection independently. साहिबान, आज बैसाखी का दिन है। पोजीशन, लोड, फायर।